ਐਮਐਲਏ ਦੀ ਸੇਲ ਪਰਚੇਜ ਦਾ ਕੰਮ ਬੀਜੇਪੀ ਨੇ ਫੜਿਆ ਹੋਇਆਗਾ। ਉਹ ਪਿਛਲੇ ਲੰਬੇ ਅਰਸੇ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾਰੀ ਸੀਗਾ। ਜਿਨ੍ਹਾਂ ਸੂਬਿਆਂ ਦੇ ਲੋਕਾਂ ਨੇ ਬੀਜੇਪੀ ਨੂੰ ਰੱਦ ਕੀਤਾ, ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਖਰੀਦੋ ਫਰੋਖਤ ਦੇ ਰਾਹੀਂ ਸੌਦੇਬਾਜ਼ੀ ਕਰਕੇ ਸੱਤਾ ਚਾਹੀ ਆ। ਇਸ ਆਪਰੇਸ਼ਨ ਲੋਟਸ ਦੇ ਤਹਿਤ ਸਾਡੇ ਜਿਹੜੇ ਸਾਥੀ ਮੇਰੇ ਨਾਲ ਵਿਧਾਇਕ ਆਏ ਨੇ, ਇਹਨਾਂ ਨੂੰ ਤੋੜਨ ਦਾ ਯਤਨ ਕੀਤਾ। ਆਪਣੇ ਦਲਾਲਾਂ ਦੇ ਰਾਹੀਂ, ਆਪਣੇ ਮੈਕੈਨਿਜ਼ਮ ਦੇ ਰਾਹੀਂ, ਆਪਣੀ ਮਸ਼ੀਨਰੀ ਦੇ ਰਾਹੀਂ ਕਦੇ ਪੈਸੇ ਦੀ ਆਫਰ ਕੀਤੀ, ਈਡੀ ਦਾ ਡਰਾ ਦਿੱਤਾ, ਕਦੇ ਸੀਬੀ ਦਾ ਡਰਾਵਾ ਦਿੱਤਾ, ਕਦੇ ਆਪਣੇ ਗੁੰਡਿਆਂ ਰਾਹੀਂ ਡਰਾਇਆ। ਪਰ ਲੇਕਿਨ ਆਪਰੇਸ਼ਨ ਲੋਟਸ ਜਿਹੜਾ ਸੀਗਾ ਉਹ ਪੰਜਾਬ 'ਚ ਵੀ ਬੁਰੀ ਤਰ੍ਹਾਂ ਫੇਲ ਹੋਇਆ, ਪੰਜਾਬ 'ਚ ਵੀ ਬੁਰੀ ਤਰ੍ਹਾਂ ਨਾਕਾਮ ਹੋਇਆ। 25 ਕਰੋੜ ਤੱਕ ਹੀ, ਚਾਹੇ 2500 ਕਰੋੜ ਰੁਪਇਆ ਲੈ ਕੇ ਆ ਜਾਣ, ਜਿੰਨਾ ਮਰਜ਼ੀ ਪੈਸਾ ਲੈ ਕੇ ਆ ਜਾਣ, ਮੈਂ ਸਮਝਦਾ ਬੀਜੇਪੀ ਨੂੰ ਜਿਹੜੀ ਆ ਉਹ ਮੂੰਹ ਦੀ ਖਾਣੀ ਪਊਗੀ। ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ। ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਸਾਡੇ ਨਾਲ ਨਾ ਆਏ, ਜੇਕਰ ਤੁਸੀਂ ਇਹ ਸਾਡੇ ਸਬੂਤਾਂ ਨੂੰ ਅੱਗੇ ਪੇਸ਼ ਕੀਤਾ ਤਾਂ ਤੁਹਾਨੂੰ ਮਾਰ ਦਿਆਂਗੇ। ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ। ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਸਾਡੇ ਨਾਲ ਨਾ ਆਏ, ਜੇਕਰ ਤੁਸੀਂ ਇਹ ਸਾਡੇ ਸਬੂਤਾਂ ਨੂੰ ਅੱਗੇ ਪੇਸ਼ ਕੀਤਾ ਤਾਂ ਤੁਹਾਨੂੰ ਮਾਰ ਦਿਆਂਗੇ। ਜੇਕਰ ਬੀਜੇਪੀ ਨੂੰ ਮੁਕਾਬਲਾ ਦੇ ਰਿਹਾ ਤਾਂ ਉਹ ਆਮ ਆਦਮੀ ਪਾਰਟੀ ਆ। ਬੀਜੇਪੀ ਜਿਹੜੀ ਆ ਉਹਦਾ ਦੇਸ਼ ਵਿੱਚੋਂ ਖਾਤਮਾ ਤੈਅ ਆ। ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਸਵਾਗਤ ਆ, ਬਹੁਤ-ਬਹੁਤ ਧੰਨਵਾਦ। ਅੱਜ ਮੇਰੇ ਨਾਲ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਦੇ ਵਿੱਚ ਸਾਡੇ ਪੰਜਾਬ ਵਿਧਾਨ ਸਭਾ ਦੇ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਜੀ ਰੋੜੀ ਜੀ, ਮੇਰੇ ਨਾਲ ਪ੍ਰਿੰਸੀਪਲ ਬੁੱਧਰਾਮ ਜੀ, ਮਨਜੀਤ ਸਿੰਘ ਬਿਲਾਸਪੁਰ ਜੀ, ਕੁਲਵੰਤ ਸਿੰਘ ਪੰਡੋਰੀ ਜੀ, ਦਿਨੇਸ਼ ਚੱਡਾ ਜੀ, ਨਰਿੰਦਰ ਕੌਰ ਭਰਾਤ ਜੀ, ਤਰਨਪ੍ਰੀਤ ਸਿੰਘ ਜੀ ਖੰਨੇ ਤੋਂ ਐਮਐਲਏ ਸਾਹਿਬਾਨ, ਸ਼ੀਤਲ ਅੰਗਰਾਲ ਜੀ, ਰਮਨ ਅਰੋੜਾ ਜੀ, ਪੁਸ਼ਪਿੰਦਰ ਸਿੰਘ ਹੈਪੀ ਜੀ, ਰਜਨੀਸ਼ ਦਈਆ ਜੀ, ਕੁਲਜੀਤ ਸਿੰਘ ਰੰਧਾਵਾ ਜੀ ਅਤੇ ਪਾਰਟੀ ਦੇ ਹੋਰ ਸਪੋਕਸਮੈਨ ਲਾਭ ਸਿੰਘ ਉਗੋਕੇ ਵੀ ਆ ਗਏ। ਸਾਰੇ ਸਾਥੀਆਂ ਦੇ ਨਾਲ ਜਿਸ ਆਪਰੇਸ਼ਨ ਲੋਟਸ ਦੇ ਤਹਿਤ, ਜਿਹੜਾ ਆਪਰੇਸ਼ਨ ਲੋਟਸ ਬੀਜੇਪੀ ਦਾ ਏਜੰਡਾ ਗਾ, ਜਿਸ ਦੇ ਤਹਿਤ ਬੀਜੇਪੀ ਲਗਾਤਾਰ ਜਿੱਥੇ ਜਿਹੜੇ ਸੂਬੇ ਦੇ ਲੋਕ ਬੀਜੇਪੀ ਨੂੰ ਨਕਾਰ ਦਿੰਦੇ ਨੇ ਕਿ ਬੀਜੇਪੀ ਨੂੰ ਰੱਦ ਕਰ ਦਿੰਦੇ ਨੇ ਕਿ ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਆਪਣਾ ਕੰਮ ਕਰਦੀ ਆ। ਮੈਂ ਕੱਲ ਵੀ ਉਦਾਹਰਨ ਦਿੱਤੀ ਸੀਗੀ ਕਿ ਬੀਜੇਪੀ ਦੀ ਸੱਤਾ ਦੀ ਦੁਕਾਨ ਜਿਹੜੀ ਆ, ਜਿਹੜੀ ਖਰੀਦੋ ਫਰੋਖਤ ਦੀ ਦੁਕਾਨ ਆ, ਜਿਹੜਾ ਸੇਲ ਪਰਚੇਜ ਦਾ ਕੰਮ, ਐਮਐਲਏ ਦੀ ਸੇਲ ਪਰਚੇਜ ਦਾ ਕੰਮ ਬੀਜੇਪੀ ਨੇ ਫੜਿਆ ਹੋਇਆਗਾ। ਉਹ ਪਿਛਲੇ ਲੰਬੇ ਅਰਸੇ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾਰੀ ਸੀਗਾ। ਦੇਸ਼ ਦੇ ਲੋਕ ਜਾਣਦੇ ਨੇਗੇ ਕਿ ਬੀਜੇਪੀ ਨੇ ਆਪਣੇ ਆਪਰੇਸ਼ਨ ਲੋਟਸ ਦੇ ਤਹਿਤ ਪਹਿਲਾਂ ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼, ਗੋਆ, ਵੱਖ-ਵੱਖ ਸੂਬਿਆਂ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਲੋਕਾਂ ਨੇ ਪਵਿੱਤਰ ਲੋਕਤੰਤਰ ਦੇ ਵਿੱਚ ਬੀਜੇਪੀ ਨੂੰ ਰੱਦ ਕੀਤਾ, ਬੀਜੇਪੀ ਦੀ ਵਿਚਾਰਧਾਰਾ ਨੂੰ ਰੱਦ ਕੀਤਾ, ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਖਰੀਦੋ ਫਰੋਖਤ ਦੇ ਰਾਹੀਂ, ਸੇਲ ਪਰਚੇਜ ਦੇ ਰਾਹੀਂ, ਆਪਣੇ ਦਲਾਲਾਂ ਦੇ ਰਾਹੀਂ ਸੌਦੇਬਾਜ਼ੀ ਕਰਕੇ ਸੱਤਾ ਚਾਹੀ ਆ। ਸੂਬੇ ਦੇ ਲੋਕ ਨਹੀਂ ਚਾਹੁੰਦੇ ਸੀਗੇ, ਮੱਧ ਪ੍ਰਦੇਸ਼ ਦੇ ਲੋਕ, ਮਹਾਰਾਸ਼ਟਰ ਦੇ ਲੋਕ ਨਹੀਂ ਚਾਹੁੰਦੇ ਸੀਗੇ ਕਿ ਬੀਜੇਪੀ ਜਿਹੜੀ ਆ ਉਹ ਸੱਤਾ ਚਾਹਵੇ, ਬੀਜੇਪੀ ਨੂੰ ਰਾਜ ਭਾਗ ਸੌਂਪਿਆ ਜਾਵੇ। ਪਰ ਲੇਕਿਨ ਬੀਜੇਪੀ ਨੇ ਚੋਰ ਮੋਰੀ ਦੇ ਰਾਹੀਂ, ਬੀਜੇਪੀ ਨੇ ਆਪਣੇ ਪੈਸੇ ਦੇ ਜ਼ੋਰ ਦੇ ਉੱਤੇ, ਬੀਜੇਪੀ ਨੇ ਸੀਬੀਆਈ ਦੇ ਜ਼ੋਰ ਦੇ ਉੱਤੇ, ਬੀਜੇਪੀ ਨੇ ਈਡੀ ਦੇ ਰਾਹੀਂ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਹੀਂ ਵੱਖ-ਵੱਖ ਗੈਰ ਕਾਨੂੰਨੀ ਢੰਗਾਂ ਦੇ ਨਾਲ, ਵੱਖ-ਵੱਖ ਗੈਰ ਕਾਨੂੰਨੀ ਤੌਰ ਤਰੀਕਿਆਂ ਦੇ ਨਾਲ ਲਗਾਤਾਰ ਉਹਨਾਂ ਵਿਧਾਨ ਸਭਾਵਾਂ ਦੇ ਅੰਦਰ ਆਪਣੀ ਜ਼ੋਰ ਅਜ਼ਮਾਇਸ਼ ਕੀਤੀ ਔਰ ਵਿਧਾਇਕਾਂ ਨੂੰ ਤੋੜਿਆ, ਉੱਥੇ ਸਰਕਾਰਾਂ ਬਣਾਈਆਂ। ਇਹ ਆਪਰੇਸ਼ਨ ਲੋਟਸ ਜਿਹੜਾ
बीजेपी का एक अंदरूनी विंग आ, बीजेपी की जिहड़ी स्ट्रैटजी बनाउंदे ने लोग, बीजेपी दे चोटी की लीडरशिप, बीजेपी की केंद्र की लीडरशिप ऑपरेशन लोटस के तहत ਵੱਖ-ਵੱਖ सूबियां चों घुमदी हुई, ਵੱਖ-ਵੱਖ देश के हिस्सों च घुमदी हुई, जदों आम आदमी पार्टी की दिल्ली सरकार ते हमला किया, जदों आम आदमी पार्टी दिल्ली सरकार नूं तोड़न का यतन किया, जदों लोकां द्वारा भारी बहुमत दे नाल, एक प्रचंड बहुमत दे नाल अरविंद केजरीवाल जी की सरकार नूं, आम आदमी पार्टी के सुप्रीमो जी की सरकार नूं जिहड़ी कि बहुत बड़े बहुमत दे नाल दिल्ली के लोगों ने तीजी बार चुनी सी, उन्होंने डेगण का यतन किया, तो ऑपरेशन लोटस आम आदमी पार्टी के जाबान सिपाहियों के सामने फेल होया, आम आदमी पार्टी के कट्टर ईमानदार लोगों के सामने फेल होया। दिल्ली च इन्होंने इस काम लई 800 करोड़ रुपये का प्रबंध किया, उत्थे केजरीवाल साहब के सिपाहियों ने बुरी तरह इस ऑपरेशन नूं फेल किया, और उसका खुलासा साडे सुप्रीमो अरविंद केजरीवाल जी ने तुहाडे जरिए देश के लोगों के सामने रखिया। और उस तो बाद जो ऑपरेशन लोटस दिल्ली च असफल होया, दिल्ली च फेल होया, और उस तो बाद इन्होंने सैकंड राज आम आदमी पार्टी का दूजा राज पंजाब राज, जिहदे विच सरदार भगवंत सिंह मान जी की अगवाई दे विच एक बहुत ही बड़े बहुमत के नाल, मैं समझना कि इतिहासक बहुमत के नाल, हुण तक का सब तो बड़ा इतिहासक बहुमत आम आदमी पार्टी को मिलिया। उस दे विच भी इन्होंने यतन किया कि इस ऑपरेशन लोटस के तहत साडे जिहड़े साथी मेरे नाल विधायक आए ने, इन्होंने तोड़न का यतन किया, अपने दलालों के राही, अपने मैकेनिज्म के राही, अपनी मशीनरी के राही कदे पैसे की ऑफर की, कदे ईडी का डरा दिता, कदे सीवी का डरावा दिता, कदे अपने गुंडियां राही डराया, पर लेकिन ऑपरेशन लोटस जिहड़ा सीगा वो पंजाब च भी बुरी तरह फेल होया, पंजाब च भी बुरी तरह नाकाम होया। मैं कल उदाहरण दी सी, अज भी उदाहरण दे रहा गा कि तुहानूं पता गा कि ऑपरेशन लोटस के तहत हुणे हुणे इन्होंने कल शिकार जिहड़ा कीता गा वो गोवा का कीता गा। गोवा दे विच मैं दे दूंगा, गोवा दे विच 11 कांग्रेस के विधायकों के विचों 8 के उत्ते ऑपरेशन लोटस जिहड़ा सीगा वो बीजेपी का उन्हें काम किया गा, क्योंकि कांग्रेसी ने कि कांग्रेस पार्टी आ जिहड़ी देश दे विचों खेरू खेरू हो चुकी आ, जिहड़ी देश दे विचों खत्म हो चुकी आ, जिहड़ी कांग्रेस पार्टी उन्हें बीजेपी अगे गोडे टेक दिते ने, बीजेपी के अगे एक बकाऊ माल की तरह कांग्रेसी अपने आप को पेश करते हैं। और जिथे जिथे कांग्रेस पार्टी दी सरकारां नेगियां लगातार उहदे विधायक जिहड़े नेगे वो बीजेपी की इस खरीदो फरोख्त का हिस्सा बन रहे नेगे, इस ऑपरेशन लोटस का हिस्सा बन रहे नेगे। उत्थे उत्थे सरकारां जिहड़ियां नेगियां चेंज करके जां बहुमत नूं होर बीजेपी के हक विच भुगता रही नेगियां। ऑपरेशन जिहड़ी मैं कल कर जिहड़ी बीजेपी वाले कल रिप्लाई करते सी, जिन्हां नूं तुसीं पुछिया होना, तुहाडे साथियों ने पुछिया होना की कहंदे सी कि आम आदमी पार्टी झूठ बोलदी आ, आम आदमी पार्टी के लीडर झूठ बोलते हैं। उसकी उदाहरण तुहाडे सामने आके कल ही बीजेपी ने अपना ऑपरेशन लोटस जिहड़ा गोवा च सफल हो गया, तो 8 जिहड़ा हैगा MLA वो तोड़ लए ने। मेरा कहण दा भाव बीजेपी नूं देश दे विच जेकर कोई रोक सकता गा, जेकर कोई टक्कर दे रहा, जेकर बीजेपी नूं मुकाबला दे रहा तो अज आम आदमी पार्टी आ। साडे सुप्रीमो अरविंद केजरीवाल जी ने जिहड़े अज देश के वख-वख हिस्सों के विच, चाहे गुजरात होवे, चाहे हिमाचल होवे, चाहे हरियाणा होवे, चाहे राजस्थान होवे, चाहे होर सूबे होण, उन्हां सारियां सूबियां दे विच देश के हर कोने कोने दे विच आम आदमी पार्टी का परिवार जिहड़ा वो लगातार उहदा वाधा हो रहा। और दूजे पासे बीजेपी जिहड़ी आ उहदा देश विचों खात्मा तय आ, क्योंकि जिवें कांग्रेस पार्टी देश विचों खत्म हो चुकी आ, कांग्रेस पार्टी देश विचों खत्म हो चुकी आ, और उस तरह बीजेपी का ग्राफ लगातार डिक्लाइन हो रहा, बीजेपी का ग्राफ लगातार डिग रहा गा। सो वो अपने मनसूबियां दे विच जिहड़े गलत मनसूबे ने बीजेपी उन्हां च कामयाब नहीं होगी, क्योंकि आम आदमी पार्टी के सिपाही
ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਿਲਕੁਲ एकजुट ने चट्टान की तरह बिल्कुल आम आदमी पार्टी के नाल खड़े नेगे, अरविंद केजरीवाल जी के नाल खड़े नेगे, अरविंद केजरीवाल जी की नीतियों के नाल खड़े नेगे, सरदार भगवंत सिंह मान जी मानयोग मुख्यमंत्री पंजाब की नीतियों के नाल खड़े नेगे, पंजाब के नाल खड़े नेगे। और जिन्ना मर्जी जोर ला ले 25 करोड़ तक ही चाहे 2500 करोड़ रुपया लैके आ जान, जिन्ना मर्जी पैसा लैके आ जान, मैं समझदा बीजेपी नूं जिहड़ी आ ਉਹ ਮੂੰਹ ਦੀ ਖਾਣੀ ਪਊਗੀ। ਮੈਂ ਅੱਜ ਜਿਹੜੇ ਸਾਡੇ ਸਾਥੀ ਐਮਐਲਏ ਸਾਹਿਬਾਨ ਨੂੰ ਬੀਜੇਪੀ ਨੇ ਕੋਸ਼ਿਸ਼ ਕੀਤੀ, ਉਹਨਾਂ 'ਚ ਬਹੁਤ ਸਾਰੇ ਸਾਥੀ ਐਮਐਲਏ ਮੇਰੇ ਨਾਲ ਅੱਜ ਆਏ ਨੇਗੇ। ਇਹਨਾਂ ਸਾਰੇ ਸਾਥੀ ਐਮਐਲਏ ਸਾਹਿਬਾਨ ਨੂੰ ਨਾਲ ਲੈ ਕੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ, ਕਿਉਂਕਿ ਕੱਲ ਅਸੀਂ ਇਸ ਜਿਹੜਾ ਆਪਰੇਸ਼ਨ ਲੋਟਸ ਆ ਉਹਦਾ ਖੁਲਾਸਾ ਤੁਹਾਡੇ ਜਰੀਏ देश के लोगों के सामने पंजाब के लोगों के सामने रखा सीगा। अज असी जेड़े दलाल, जेड़े बीजेपी के लीडर, जेड़े बीजेपी के कार्यकर्ता आम आदमी पार्टी तोड़न का यत्न कर रहे हैं, जिन्हों ने लगभग 2200-2300 करोड़ रुपया इस काम लिए रखा गा, जोड़ा गैर कानूनी पैसा गा, जोड़ा काला धन आ, वो कौन लोग नेगे ਜਿਹੜੇ ਇਸ ਕਾਲੇ ਧਨ ਦੀ ਵਰਤੋਂ ਕਰਦੇ ਨੇਗੇ, ਕੌਣ ਉਹ ਬੀਜੇਪੀ ਦੇ ਲੀਡਰ ਨੇਗੇ, ਇੱਕ ਵੱਡੀ ਜਾਂਚ ਦਾ ਵਿਸ਼ਾ ਗਾ। ਔਰ ਉਸ ਦੇ ਲਈ ਮੈਂ ਆਪਣੇ ਸਾਰੇ ਸਾਥੀ ਵਿਧਾਇਕਾਂ ਨੂੰ ਲੈ ਕੇ ਮਾਨਯੋਗ ਡੀਜੀਪੀ ਪੰਜਾਬ ਨੂੰ ਮਿਲਣ ਜਾ ਰਿਹਾ ਗਾ। ਔਰ ਉਹਨਾਂ ਕੋਲੇ ਉਹਨਾਂ ਲੋਕਾਂ ਦੇ ਖਿਲਾਫ ਸਬੂਤਾਂ ਸਹਿਤ ਵਿਦ ਐਵੀਡੈਂਸ ਮੈਂ ਪੂਰੇ ਜਿਹੜੇ ਸਾਨੂੰ ਕਾਲਸ ਆਈਆਂ ਨੇਗੀਆਂ, ਜਿਹੜੇ ਸਾਡੇ ਕੋਲ ਸਬੂਤ ਨੇਗੇ, ਸਾਡੇ ਕਿਹੜੇ ਵਿਅਕਤੀਆਂ ਨੂੰ ਮਿਲੇ ਨੇਗੇ, ਉਹ ਸਾਰੇ ਸਬੂਤ ਲੈ ਕੇ ਕੰਪਲੇਂਟ ਦੀ ਸ਼ੇਪ ਦੇ ਵਿੱਚ ਅਸੀਂ ਮਾਨਯੋਗ ਡੀਜੀਪੀ ਸਾਹਿਬ ਕੋਲ ਜਾ ਰਹੇ ਹਾਂਗੇ, ਤਾਂ ਕਿ ਉਹਨਾਂ ਲੀਡਰਾਂ ਦੇ ਖਿਲਾਫ, ਉਹਨਾਂ ਦਲਾਲਾਂ ਦੇ ਖਿਲਾਫ, ਉਹਨਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ, ਉਹਨਾਂ ਲੋਕਤੰਤਰ ਦੇ ਕਾਤਲਾਂ ਦੇ ਖਿਲਾਫ ਮਾਨਯੋਗ ਡੀਜੀਪੀ ਸਾਹਿਬ ਨੂੰ ਜਿਹੜਾ ਹੈਗਾ ਐਪਲੀਕੇਸ਼ਨ ਦਿੱਤੀ ਜਾਵੇ ਔਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ कराया जाए और उन्होंने कानून के मुताबिक उन्होंने सज़ा दी जा सके। इस दे लई असी मानयोग डीजीपी साहब नूं जिहड़ा अज मिलण दा फैसला कीता गा। अज साडे विधायक बलजिंदर कौर जी ने भी आउणा सीगा, क्योंकि उन्होंने भी इन्होंने अप्रोच की सीगी। साडे लगभग मेरे नाल 9-12 के करीब जिहड़े विधायक आ चुके ने, होर विधायक जिहड़े रास्ते विच नेगे। सो प्लीज़ मैनूं कंप्लीट कर लैण दो। सो मैनूं प्लीज़ मैं सारे विधायकों को नाल लैके विद सबूत लैके विद एविडेंस डीजीपी साहब को मिलण जा रहे हैं, ताकि उन्होंने लोगों के खिलाफ जिहड़े लोकतंत्र के पवित्र लोकतंत्र के कातल ने, जिहड़े सीरियल किलर ने, जिहड़े लगातार देश में डेमोक्रेसी का मर्डर कर रहे नेगे, जिहड़े देश के डेमोक्रेसी का लई खतरा नेगे, जिहड़ी बीजेपी देश में डेमोक्रेसी को खत्म करना चाहती आ, उस बीजेपी के खिलाफ कानून के खिलाफ कानून के अनुसार कार्रवाई की जाए। सो मैं सारे साथी विधायकों को मानयोग डीजीपी साहब को लैके जाऊँगा और कानूनी कार्रवाई की असी मंग जी आ मानयोग डीजीपी साहब के अगे रखांगे। हुण मेरे नाल लगभग जिहड़े 10 विधायक तां जिन्होंने थ्रैट्स आईयां नेगियां वो नेगियां। और मैं एक होर इंपॉर्टेंट गल मेरी रह गई सी, साडे साथी खड़े ने जलंधर तो शीतल अंगराल जी कल प्रेस कॉन्फ्रेंस बैठे सीगे, क्योंकि इन्हों भी थ्रैट आई सी, इन्हों भी अप्रोच किया गया सीगा। मैं डिस्कलोज नहीं करना चाहता सीगा, क्योंकि जब तक एविडेंस के रूप के किसी भी कंपीटेंट अथॉरिटी को कोई कंप्लेंट दर्ज ना की जाए, उस तो पहला सबूतों का खुलासा करना एज पर दी लॉ ठीक नहीं होंदा हैगा, करैक्ट नहीं होंदा हैगा। पर लेकिन मैनू तो अज जरिए मैं पंजाब के लोगों को दसना चाहना गा कि जदों मेरे साथी ये शीतल अंगराल जी कल की प्रेस कॉन्फ्रेंस के इत्थे बैठे सीगे और उस तो बाद इन्हों जानों मारन दी धमकियां आईयां। इन्हों कहा गया कि तुसी जेकर साडे नाल ना आए, जेकर तुसी ये साडे सबूतां नूं अगे पेश कीता तां तुहानूं मार देंगे। एक कल इन्हां कोल अज भी वो भी सबूत साडे कोल हैगा, वो भी सबूत मानयोग डीजीपी साहब नूं देके आवांगे। सो इत्थों पता लगदा गा कि बीजेपी जिहड़ी आ वो बौखलाहट दे विच आ। बीजेपी नूं देश दे लोग
ਸੱਤਾ ਚੋਂ ਬਾਹਰ ਕਰਨਾ ਚਾਹੁੰਦੇ ਨੇਗੇ। ਬੀਜੇਪੀ ਦਾ ਦੇਸ਼ ਦੀ ਸਿਆਸਤ ਦੇ ਵਿੱਚੋਂ ਖਾਤਮਾ ਤੈਅ ਆ। ਸੋ ਇਸ ਤੋਂ ਡਰਦੇ ਹੋਏ ਉਹ ਲਗਾਤਾਰ ਆਮ ਆਦਮੀ ਪਾਰਟੀ ਤੇ ਹਮਲਾ ਕਰ ਰਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕੱਲੀ ਇੱਕੋ ਇੱਕ ਪਾਰਟੀ ਜੇ ਦੇਸ਼ ਦੇ ਵਿੱਚ ਬਚੀ ਆ ਜਿਹੜੀ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਪਲੀਜ਼ ਬਨ ਭਾਈ ਪਲੀਜ਼। ਕਿਹੜੇ ਲੀਡਰ ਨੇ ਜਿਹੜੇ ਧਮਕੀ ਦੇ ਰਹੇ ਨੇ, ਕਿਉਂਕਿ ਸਬੂਤ ਤੁਸੀਂ ਇਕੱਠੇ ਕਰ ਚੁੱਕੇ ਹੋ, ਦੇਣ ਜਾ ਰਹੇ ਹੋ, ਲੇਕਿਨ ਕਿਹੜੇ ਲੀਡਰ ਨੇ ਪੰਜਾਬ ਦੇ ਨੇ, ਕਿਹੜੇ ਬਾਬੂ ਜੀ ਨੇ, ਕਿਹੜੇ ਇੰਡੀਆ ਨੇ, ਕਿਹੜੇ ਨੇ? ਪਲੀਜ਼ ਪਹਿਲਾਂ ਇਹ ਵੀ ਦੱਸੋ ਕਿ ਕਿਹੜੇ ਵਿਧਾਇਕਾਂ ਨੂੰ ਇਹਨਾਂ ਤੋਂ ਬਿਨਾਂ ਸ਼ੀਤਲ ਅੰਗਰਾਜ ਤੋਂ ਬਿਨਾਂ ਹੋਰ ਕਿਹੜੇ ਵਿਧਾਇਕ ਨੂੰ ਫੋਨ ਆਇਆ ਸੀ? ਨਾਲ ਇਹ ਵੀ ਦੱਸ ਦਿਓ ਕਿ 2500 ਕਰੋੜ ਰੁਪਏ ਦੀ ਫਿਗਰ ਬੀਜੇਪੀ ਕਹਿ ਰਹੀ ਹੈ। ਚੀਮਾ ਸਾਹਿਬ ਨੇ ਜੋ ਕੱਲ ਐਲੀਗੇਸ਼ਨ ਲਗਾਏ ਸੀ ਉਸ ਨੂੰ ਵਿਰੋਧ ਦੇਖੋ ਗੱਲ ਇਹ ਆ ਕਿ ਸਾਡੀ ਕੰਪਲੇਂਟ ਜਿਹੜੀ ਆ ਉਹ ਤਿਆਰ ਆ, ਉਹਦੇ ਨਾਲ ਸਬੂਤ ਵੀ ਲਾਏ ਹੋਏ ਨੇਗੇ। ਜਦੋਂ ਅਸੀਂ ਇਹ ਕੰਪਲੇਂਟ ਜਿਹੜੀ ਆ ਕੰਪੀਟੈਂਟ ਅਥਾਰਟੀ ਨੂੰ ਸਬਮਿਟ ਕਰ ਦਿਆਂਗੇ, ਮਾਨਯੋਗ ਡੀਜੀਪੀ ਸਾਹਿਬ ਨੂੰ ਸਬਮਿਟ ਕਰ ਦਿਆਂਗੇ, ਔਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੀ ਕਾਪੀ ਵੀ ਸਪਲਾਈ ਕਰ ਦਿਆਂਗੇ। ਇਹਨਾਂ ਵਿੱਚੋਂ ਜਿਹੜੇ ਸਾਡੇ ਸਾਥੀ ਮੇਰੇ ਨਾਲ ਖੜੇ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਥ੍ਰੈਟਸ ਵੀ ਆਈਆਂ ਨੇ, ਕਾਲਸ ਵੀ ਆਈਆਂ ਨੇ। 10 ये देखिए, थ्रेट जो कल की प्रेस कॉन्फ्रेंस से बाद, कल की प्रेस वार्ता के बाद जो थ्रेट आया वो शीतल अंगराज जी को आया। इनको फ़ोन पे दी गई, इनको उन्होंने अटैक करने की कोशिश की कि इनको कहीं ना कहीं ढूंढा जाए और उन पर हमला किया जाए। इन्होंने अपना बचाव किया, इसके लिए भी हम जा रहे हैं। सो बिल्कुल 10 विधायकों को उन्होंने टारगेट किया है। उनका मैं कल भी बताया था, आज दोबारा रिपीट कर रहा हूँ कि उन्होंने हमारे 35 विधायक को तोड़ने का काम शुरू किया है ताकि पंजाब की सरकार को गिराया जाए। पर लेकिन मैं बड़े दावे से कहता हूं कि आम आदमी पार्टी बिल्कुल एकजुट है, बिल्कुल हम ताकतवर हैं, बिल्कुल बीजेपी की जो गैर कानूनी गतिविधियां हैं उनका हम डट के विरोध करेंगे। देखो, मैं फिर दोहरा रहा कि उस कंप्लेंट ਦੇ ਵਿੱਚ ਅਸੀਂ ਜਿਹੜੀ ਕੰਪਲੇਂਟ ਦੇਣ ਜਾ ਰਹੇ ਹਾਂ ਮਾਨਯੋਗ ਡੀਜੀਪੀ ਸਾਹਿਬ ਨੂੰ, ਉਹਦੇ ਵਿੱਚ ਅਸੀਂ ਵੇਰਵੇ ਦਰਜ ਕੀਤੇ ਨੇਗੇ। ਉਹ ਸਾਰੇ ਉਦੋਂ ਬਾਅਦ ਖੁਲਾਸਾ ਕਰਾਂਗੇ। ਪੰਜਾਬ ਦੇ ਵੀ ਨੇ ਔਰ ਕੇਂਦਰ ਦੇ ਵੀ ਨੇ, ਬੀਜੇਪੀ ਦੇ ਦਲਾਲ ਨੇ। ਤੁਹਾਨੂੰ ਪਤਾ ਹੁਣ ਤਾਂ ਸਬੂਤਾਂ ਦੀ ਲੋੜ ਨਹੀਂ ਰਹਿ ਗਈ। ਇਹ ਤਾਂ ਤੁਸੀਂ ਮੰਨਦੇ ਹੋ ਕਿ ਬੀਜੇਪੀ ਨੇ ਕਰਨਾਟਕਾ 'ਚ ਆਪਰੇਸ਼ਨ ਕੀਤਾ, ਆਪਰੇਸ਼ਨ ਲੋਟਸ ਦੇ ਤਹਿਤ। ਇਹ ਤਾਂ ਮੰਨਦੇ ਹੋ ਕਿ ਮੱਧ ਪ੍ਰਦੇਸ਼ 'ਚ ਕੀਤਾ ਆਪਰੇਸ਼ਨ ਲੋਟਸ ਦੇ ਤਹਿਤ। ਇਹ ਤਾਂ ਮੰਨਦੇ ਹੋ ਕਿ ਮਹਾਰਾਸ਼ਟਰ 'ਚ ਕੀਤਾ, ਗੋਆ 'ਚ ਕੀਤਾ। ਬਿਲਕੁਲ ਰੀਸੈਂਟਲੀ ਉਹਨਾਂ ਨੇ ਗੋਆ ਦੇ ਵਿੱਚ ਆਪਰੇਸ਼ਨ ਕੀਤਾਗਾ। ਸੋ ਆਪਰੇਸ਼ਨ ਲੋਟਸ ਨੂੰ ਜੇਕਰ ਕੋਈ ਰੋਕਿਆ ਤਾਂ ਕੱਲੀ ਆਮ ਆਦਮੀ ਪਾਰਟੀ ਆ, ਨਹੀਂ ਆਪਰੇਸ਼ਨ ਲੋਟਸ ਜਿਹੜਾ ਬਾਰ-ਬਾਰ ਕਾਂਗਰਸ ਦੇ ਐਮਐਲਏ ਨੂੰ ਤੋੜਦਾਗਾ ਔਰ ਜਿਹੜੇ ਦੇਸ਼ ਦੀਆਂ ਹੋਰਨਾਂ ਪਾਰਟੀਆਂ ਨੂੰ ਤੋੜਦਾਗਾ। ਮੈਂ ਕਹਿ ਰਿਹਾ, ਮੈਂ ਫਿਰ ਦੁਬਾਰਾ ਦੁਹਰਾ ਰਿਹਾ ਕਿ ਇਹ ਸਬੂਤਾਂ ਦੀ ਗੱਲ ਆ। ਅਸੀਂ ਮਾਨਯੋਗ ਸਾਡੇ ਡੀਜੀਪੀ ਸਾਹਿਬ ਨੂੰ ਜਿਹੜੇ ਸਬੂਤ ਦੇਣ ਦੇ ਸਮਾਂ ਹੋ ਗਿਆ। ਡੀਜੀਪੀ ਸਾਹਿਬ ਕੋਲੇ 1 ਵਜੇ ਦਾ ਟਾਈਮ ਸੀਗਾ, 1 ਵਜੇ ਆ ਜਾਓ, ਉੱਥੇ ਮਿਲਦੇ ਆਪਾਂ। भर्ती चल रही है उसमें फैसिलिटेट नहीं कर रही पंजाब सरकार। ਕਹਿੰਦੇ ਕਿ ਪੰਜਾਬ जो में बेसिक वो पंजाब सरकार ਪੰਜਾਬ 'ਚ ਬੈਨ ਲਾ ਦਾਂਗੇ। वो कह रहे हैं कि पंजाब में जो अपराध होंगे, जो पंजाब ਦੇਖੋ, ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈਗਾ, ਪਰ ਲੇਕਿਨ ਮੈਂ ਸਮਝਦਾ ਪੰਜਾਬ ਦੇ ਉੱਤੇ ਕੋਈ ਵੀ ਪਾਬੰਦੀ ਨਹੀਂ ਲਾ ਸਕਦਾਗਾ। ਪੰਜਾਬ ਦੇ ਲੋਕ ਪਹਿਲਾਂ ਵੀ ਦੇਸ਼ ਦੀ ਸਰਹੱਦ ਦੇ ਉੱਤੇ ਜਾ ਕੇ ਫੌਜ ਵਿੱਚ ਭਰਤੀ ਹੁੰਦੇ ਸੀ, ਪਰ ਲੇਕਿਨ ਅਸੀਂ ਅਗਨੀਵੀਰ ਜਿਹੜੀ ਉਹਨਾਂ ਦੀ ਸਕੀਮ ਆ, ਅਗਨੀਵੀਰ ਸਕੀਮ ਦਾ ਅਸੀਂ ਪਹਿਲਾਂ ਵੀ ਵਿਰੋਧ ਕੀਤਾ, ਅਸੀਂ ਅੱਜ ਵੀ ਵਿਰੋਧ ਕਰ ਰਹੇ ਹਾਂ। ਅਸੀਂ ਅਗਨੀਵੀਰ ਜਿਹੜੀ ਹੈਗੀ ਆ, ਜਿਹੜੀ ਸਕੀਮ ਅਸੀਂ ਉਹਦਾ ਵਿਰੋਧ ਕਰਦੇ ਹਾਂ। ਅਸੀਂ ਪਹਿਲਾਂ ਵੀ ਵਿਰੋਧ ਕੀਤਾ ਗਿਆ, ਪਰ ਲੇਕਿਨ ਸਾਡੇ ਜਿਹੜੇ ਨੌਜਵਾਨ ਨੇ ਪੰਜਾਬ ਦੇ, ਉਹ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਦੇ ਲਈ, ਦੇਸ਼ ਦੀ ਸਿਕਿਉਰਿਟੀ ਦੇ ਲਈ ਹਰ ਸਮੇਂ ਦੇਸ਼ ਦੀ ਸੈਨਾ ਦੇ ਵਿੱਚ ਭਰਤੀ ਹੁੰਦੇ ਰਹੇ।